ਤੁਸੀਂ ਦੇਖ ਰਹੇ ਹੋ ABC ਪੰਜਾਬ। ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਭੁੱਲਰ। ਸਭ ਦਾ ਸਵਾਗਤ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 9 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਹਾਲਾਂਕਿ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕਾਲ ਕੀਤੀ ਗਈ ਸੀ। ਉਸ ਕਾਲ ਦੇ ਮੁਤਲਕ ਜਿੰਨੀਆਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਔਰ ਵੰਨ-ਸੁਵੰਨੇ ਇਹਦੇ ਜਿਹੜੇ ਮੈਂਬਰ ਨੇ ਉਹ ਵੀ ਇਕੱਠੇ ਹੋਏ ਸੀ। ਉਸ ਤੋਂ ਬਾਅਦ ਸਾਰਿਆਂ ਨੇ ਇੱਕੋ ਜ਼ੁਬਾਨ ਕਿਹਾ ਸੀ ਕਿ ਸੰਘਰਸ਼ ਵਿੱਢਿਆ ਜਾਊਗਾ। ਫਿਰ ਇੱਕ ਉੱਤੇ ਸ਼ਰਾਰਤ ਵੀ ਕੀਤੀ ਸੀ, ਸੱਜੀ ਅੱਖ ਮਾਰ ਕੇ ਖਾਲਿਸਤਾਨ ਦਾ ਮਤਾ ਵੀ ਪਾਸ ਕੀਤਾ ਗਿਆ ਸੀ। ਉਹ ਵੀ ਇੱਕ ਮਜ਼ਾਕ ਦਾ ਹਿੱਸਾ ਬਣ ਚੁੱਕਾ ਸੀ। ਪਰ ਹੁਣ ਜਿਹੜੇ 9 ਮੈਂਬਰ ਇਹਦੇ ਸ਼ਾਮਲ ਕੀਤੇ ਗਏ ਨੇ, ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਜੀਕੇ ਗਰੁੱਪ ਦੇ ਮਨਜੀਤ ਸਿੰਘ ਜੀਕੇ ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ। ਤੇ ਅੱਜ ਇਸ ਮਸਲੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਅਤੇ ਲੇਖਕ ਸਰਦਾਰ ਜਗਤਾਰ ਸੋਨੀ ਜੁੜੇ ਨੇ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਭਾਈ। 9 ਚਿਹਰੇ, ਪੰਥ ਦੇ 9 ਰਤਨ, ਬੰਦੀ ਸਿੱਖਾਂ ਦੀ ਰਿਹਾਈ ਕਿਵੇਂ ਦੇਖਦੇ ਜੀ? ਦੇਖੋ ਜੀ, ਮੈਂ ਜਿਸ ਦਿਨ ਪਹਿਲੇ ਦਿਨ ਇਹਨਾਂ ਨੇ ਇਸ਼ੂ ਟੇਕ ਅਪ ਕੀਤਾ ਸੀ, ਮੈਂ ਉਸ ਦਿਨ ਵੀ ਵੈਲਕਮ ਕੀਤਾ ਸੀ ਜੀ, ਤੇ ਮੈਂ ਅੱਜ ਵੀ ਇਹਨਾਂ ਨੂੰ ਵੈਲਕਮ ਹੀ ਕਰੂੰਗਾ ਜੀ। ਬਾਕੀ ਗੱਲਾਂ ਬਾਅਦ ਦੇ ਵਿੱਚ ਹੁੰਦੀਆਂ ਕਿ ਇਨ ਪ੍ਰਿੰਸੀਪਲ ਆਪਣੇ ਆਪ ਦੇ ਵਿੱਚ ਇਹ ਇਹਨਾਂ ਦਾ ਸਟੈਪ ਸਲਾਹੁਣਯੋਗ ਹੈ। ਹਾਂਜੀ, ਕਿੰਤੂ ਪਰੰਤੂ ਵੀ ਨਾਲ ਬਹੁਤ ਹੈਗੇ ਆ। ਅੱਛਾ ਜੀ। ਆਪਾਂ ਪਹਿਲਾਂ ਗੱਲ ਕਰੀਏ ਵੀ ਇਸ਼ੂ ਹੈ ਕੀ। ਜੀ, ਪੰਜਾਬ ਦੇ ਵਿੱਚ ਇੱਕ ਸਿਆਸੀ ਲੜਾਈ ਲੜੀ ਗਈ ਜੀ, ਤੇ ਉਹਦੇ ਸੰਬੰਧ ਦੇ ਵਿੱਚ ਇਹ ਲੋਕ ਅੰਦਰ ਹੈ। ਤੇ ਇਸ਼ੂ ਮੇਰੇ ਵਾਸਤੇ ਇਹ ਨਹੀਂ ਹੈ ਕਿ ਇਹਨਾਂ ਨੇ ਇਨੋਸੈਂਟ ਬੰਦੇ ਮਾਰੇ, ਕਤਲ ਕੀਤੇ। ਜੀ, ਜਦੋਂ ਸਿਆਸੀ ਲੜਾਈ ਹਥਿਆਰਬੰਦ ਹੋਇਆ ਹੁੰਦੀ ਹੈ, ਜੀ, ਉਹਦੇ ਵਿੱਚ ਇਹ ਸਾਰਾ ਕੁਝ ਹੀ ਹੋਇਆ ਕਰਦਾ ਹੈ। ਜੀ, ਮੈਂ ਇਹਨੂੰ ਕੰਡੋਨ ਨਹੀਂ ਕਰਦਾ ਜੀ, ਇਸ ਚੀਜ਼ ਨੂੰ, ਲੇਕਿਨ ਇਹ ਦੁਨੀਆ ਦੀ ਸੱਚਾਈ ਹੈ। ਤੇ ਜਦੋਂ ਵੀ ਕੋਈ ਅਲਟੀਮੇਟਲੀ ਫੈਸਲੇ ਹੁੰਦੇ ਇਤਿਹਾਸ ਦੇ ਵਿੱਚ, ਮੁਲਕਾਂ ਦੇ ਵਿੱਚ, ਇਹ ਸਾਰੀਆਂ ਗੱਲਾਂ ਓਵਰਲੁੱਕ ਕੀਤੀਆਂ ਜਾਂਦੀਆਂ। ਜੀ। ਹੁਣ ਤੱਕ ਮਹਾਤਮਾ ਗਾਂਧੀ ਬਾਰੇ ਇੱਕ ਬਹੁਤ ਵੱਡਾ ਕ੍ਰਿਟਿਸਿਜ਼ਮ ਹੁੰਦਾ ਹੈ ਕਿ ਉਹਨਾਂ ਨੇ ਭਗਤ ਸਿੰਘ ਹੋਰਾਂ ਦੇ ਕੇਸ ਦੇ ਵਿੱਚ ਇੰਟਰਵਿਊ ਨਹੀਂ ਸੀ ਕੀਤਾ। ਗਾਂਧੀ ਇਰਵਿਨ ਪੈਕਟ ਦੇ ਵਿੱਚ ਉਹਨਾਂ ਨੂੰ ਵੀ ਛੁਡਵਾਇਆ ਜਾ ਸਕਦਾ ਸੀ। ਜੀ। ਸਾਡੇ ਬੀਜੇਪੀ ਵਾਲੇ ਤੇ ਸੰਘ ਪਰਿਵਾਰ ਵਾਲੇ ਦੋਸਤ ਮੁਹੰਮਦ ਅਲੀ ਜਿਨ੍ਹਾਂ ਨੂੰ ਬਹੁਤ ਗਾਲਾਂ ਕੱਢਦੇ ਹੈ ਜੀ। ਪਾਰਲੀਮੈਂਟ ਜਿਹਨੂੰ ਉਦੋਂ ਸੈਂਟਰਲ ਅਸੈਂਬਲੀ ਕਿਹਾ ਜਾਂਦਾ ਸੀਗਾ, ਉਹਦੇ ਵਿੱਚ ਇਹ ਇਸ਼ੂ ਆਇਆ ਸੀ ਤੇ ਇੱਕੋ ਬੰਦੇ ਨੇ ਹੀ ਟੇਕ ਅਪ ਕੀਤਾ ਸੀ। ਉਹਦਾ ਨਾਮ ਮੁਹੰਮਦ ਅਲੀ ਜਿਨਾਹ ਸੀ। ਜੀ। ਉਹਨਾਂ ਨੇ ਭਗਤ ਸਿੰਘ ਹੋਰਾਂ ਦੇ ਕੇਸ ਨੂੰ ਵਿਡਰਾ ਕਰਨ ਦੀ ਗੱਲ ਕੀਤੀ ਸੀ ਕਿ ਇਹਨਾਂ ਨੂੰ ਅਮਨੈਸਟੀ ਦਿੱਤੀ ਜਾਣੀ ਚਾਹੀਦੀ। ਉਹ ਇਸੇ ਕਰਕੇ ਕਿ ਇਹ ਲੜਾਈ ਸਿਆਸੀ ਹੈ। ਜੀ। ਨਾਰਥ ਈਸਟ ਦੇ ਵਿੱਚ ਜਿੰਨੇ ਸਮਝੌਤੇ ਹੋਏ ਹੈ, ਉਹਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਈ ਹੈ। ਜੀ। ਨਾਗਾਲੈਂਡ ਦੇ ਵਿੱਚ ਜੇ ਸੱਚਾਈ ਦੇਖੀਏ ਕੀ ਆ, ਤੇ ਉੱਥੇ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੀ ਆਪਣੀ ਆਰਮੀ ਵੀ ਕਾਇਮ ਹੈ ਹਾਲੇ ਨਾਗਿਆਂ ਦੀ। ਜੀ। ਇਹ ਸਾਰਾ ਕੁਝ ਹੋਇਆ ਕਰਦਾ। ਪੰਜਾਬ ਦੀ ਲੜਾਈ ਸਿਆਸੀ ਹੈ, ਕਿਸੇ ਦੀ ਨਿੱਜੀ ਕੱਢਣੀ ਸੀਗੀ। ਇੱਕ ਠੀਕ ਹੈ ਕਿ ਨਰਕਾਰੀਆਂ ਨਾਲ ਝਗੜਾ ਵਧਿਆ, ਨਰਕਾਰੀਆਂ ਨੇ ਸਿੱਖ ਮਾਰੇ, ਉਸ ਤੋਂ ਬਾਅਦ ਇਨਸਾਫ ਨਹੀਂ ਮਿਲਿਆ ਜਦੋਂ ਅਦਾਲਤਾਂ ਦੇ ਵਿੱਚ, ਤੇ ਉਹ ਕੇਸ ਮਿਸਹੈਂਡਲ ਕੀਤਾ ਗਿਆ ਉਸ ਵੇਲੇ ਦੀ ਸਰਕਾਰ ਨੇ। ਜੀ। ਤੇ ਉਸ ਤੋਂ ਬਾਅਦ ਇਹ ਵਾਇਲੈਂਸ ਸ਼ੁਰੂ ਹੋਈ। ਸੋ ਇਹ ਜਿਹੜੇ ਸਿਆਸੀ ਕੇਸ ਹੁੰਦੇ ਆ, ਉਹਨਾਂ ਨੂੰ ਅਲਟੀਮੇਟਲੀ, ਨਾਲੇ ਇਹਨਾਂ ਦੀ ਸਜ਼ਾ ਬਹੁਤ ਹੋ ਚੁੱਕੀ ਹੈ। ਸਾਰੇ 20-20, 25-25 ਸਾਲ ਦੇ ਅੰਦਰ ਬੈਠੇ ਹੈ। ਤੇ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਹੁੰਦਾ ਸਜ਼ਾ ਹੋਣੀ ਇੰਨੀ। ਤੇ ਇਸ ਤੋਂ ਬਾਅਦ ਇਹਨੂੰ ਰਿਹਾ ਹੋ ਜਾਣਾ ਚਾਹੀਦਾ। ਥੋੜੀ ਜਿਹੀ ਗਿਣਤੀ ਹੈਗੀ ਹੈ ਨਾਲੇ, ਤਾਂ ਮੇਰੇ ਕੋਲ ਉਸ ਹਿਸਾਬ ਤੇ ਮੇਰੇ ਖਿਆਲ 'ਚ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਸਟੈਪ ਹੈ। ਇਸ਼ੂ ਮੇਰਾ ਇਹ ਹੈ ਕਿ ਇਹਦੇ ਪਿੱਛੇ ਇੰਟੈਂਸ਼ਨ ਕੀ ਹੈ। 22 ਬੰਦੀ ਸਿੰਘ ਹੈ ਜੀ ਇਹ ਗਿਣਤੀ। ਚਲੋ ਜਿੰਨੇ ਵੀ ਹੈ, ਇਹ ਗਿਣਤੀ ਮੇਰੇ ਕੋਲੇ ਹੋਰ ਹੈ, ਤੁਹਾਡੇ ਕੋਲੇ ਹੋਰ ਹੈ, ਮੇਰੀ ਕਰ ਜਾਂਦੀ ਹੈ। ਤੇ ਅੱਜ ਇੱਕ ਬਹੁਤ ਇੰਟਰਸਟਿੰਗ ਖਬਰ ਇੱਕ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ, ਇੱਕ ਜਲੰਧਰ ਦੇ
ਮੈਂ ਉਸ ਤੇ ਵੀ ਆਵਾਂਗੇ ਭਾਈ। ਤੁਸੀਂ ਸਿੱਖੀ ਲੜਾਈ ਸਿਆਸੀ ਆ, ਇਹ ਮਤਲਬ ਸਪਸ਼ਟ ਹੈ ਕਿ ਪੰਜਾਬ ਸਿੱਖ ਸਿਆਸਤ ਤੋਂ ਬਗੈਰ ਸੁੰਨਾ ਰਹੇਗਾ। ਪੰਜਾਬ 'ਚ ਸਿੱਖ ਸਿਆਸਤ ਦੀ ਮਹੱਤਤਾ ਰਹੇਗੀ। ਨਹੀਂ, ਪੰਜਾਬ ਦੇ ਵਿੱਚ ਸਿਆਸਤ ਹੈ ਹੀ ਸਿੱਖ ਸਿਆਸਤ ਜੀ। ਤੇ ਮੈਂ ਹੁਣ ਨਾਲ ਇੱਕ ਗੱਲ ਹੋਰ ਐਡ ਕਰ ਦਿਆਂ। ਮੈਂ 3-4 ਦਿਨ ਪਹਿਲਾਂ ਇੱਕ ਇਹ ਇਸ਼ੂ ਵੀ ਆਪਣੇ ਬਲੌਗ ਦੇ ਵਿੱਚ ਟੇਕ ਅਪ ਕੀਤਾ ਸੀ ਕਿ ਕਿਉਂਕਿ ਇਹ ਲੜਾਈ ਸਿਆਸੀ ਹੈ ਜੀ ਤੇ ਇਹਨੇ ਬੰਦੀ ਸਿੰਘਾਂ ਦੀ ਇਹ ਸਿੱਖ ਜਥੇਬੰਦੀਆਂ ਪਹਿਲੀ ਵਾਰੀ ਇਕੱਠੇ ਹੋ ਕੇ ਰਿਹਾਈ ਮੰਗ ਰਹੀਆਂ ਜੀ। ਤੇ ਫਿਰ ਤੁਸੀਂ ਇਹ ਡਿਕਲੇਅਰ ਕਰੋ ਵੀ ਜਿਹੜੀ ਇਹ ਲੜਾਈ ਸੀ ਇਹ ਸਿਆਸੀ ਸੀ, ਇਹ ਸਿਆਸੀ ਹੈ। ਜਦ ਤੱਕ ਤੁਸੀਂ ਇਹਨੂੰ ਫਾਰਮਲੀ ਸਿਆਸੀ ਲੜਾਈ ਡਿਕਲੇਅਰ ਨਹੀਂ ਕਰਦੇ ਫਿਰ ਤੁਸੀਂ ਇਹਨਾਂ ਦੀ ਰਿਹਾਈ ਦੀ ਮੰਗ ਕਿਵੇਂ ਕਰਦੇ ਆ? ਇਹਨਾਂ ਨੇ ਹੁਣ ਤੱਕ ਇਹਨੂੰ ਸਿਆਸੀ ਲੜਾਈ ਡਿਕਲੇਅਰ ਨਹੀਂ ਕੀਤਾ। ਮੇਰੀ ਇੱਥੇ ਇਸ ਸਾਰੇ ਮਾਮਲੇ ਤੇ ਰਿਜ਼ਰਵੇਸ਼ਨ ਹੈ ਕਿ ਤੁਸੀਂ ਜਿਹੜਾ ਪਹਿਲਾ ਸਟੈਪ ਹੈ ਉਹ ਉਸ ਲੜਾਈ ਨੂੰ ਸਿਆਸੀ ਲੜਾਈ ਡਿਕਲੇਅਰ ਕਰਦਾ ਹੈ। ਲੱਗਦਾ ਕਿ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਇਹ ਜਿਹੜੇ ਬੰਦੀ ਸਿੱਖਾਂ ਦੀ ਲੜਾਈ ਨੂੰ ਸਿਆਸੀ ਲੜਾਈ ਬਣਾਉਣ ਲਈ ਆਪਣਾ ਜਿਗਰਾ ਅੱਗੇ ਰੱਖ ਕੇ ਚੱਲੇਗਾ, ਕਿਉਂਕਿ ਬੀਜੇਪੀ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਗੱਠਜੋੜ ਰਿਹਾ, ਬੜੀਆਂ ਝੂਠਾ ਖਾਧਾਣਾ। ਔਰ ਬੀਜੇਪੀ ਨੂੰ ਸਿਆਸੀ ਲੜਾਈ ਕਿਉਂ ਮੰਨੇਗੀ ਜਿਸ ਸੈਂਟਰ ਸਰਕਾਰ ਨੇ ਰਿਹਾਈ ਕਰਨੀ ਆ? ਪਰਮਜੀਤ ਸਿੰਘ ਸਰਨਾ ਦੀ ਵੀ ਤਾਰਾਂ ਕਿਤੇ ਹੋਰੋਂ ਹਿਲਦੀਆਂ ਨੇ, ਮਨਜੀਤ ਸਿੰਘ ਜੀਕੇ ਸਾਹਿਬ ਦੀਆਂ ਵੀ ਤਾਰਾਂ ਕਿਤੇ ਹੋਰ ਹਿਲਦੀਆਂ ਨੇ, ਟਕਸਾਲ ਵਾਲਿਆਂ ਦੀਆਂ ਵੀ, ਦਾਦੂਵਾਲ ਸਾਹਿਬ ਦੀਆਂ ਵੀ। ਤੇ ਫਿਰ ਇਹ ਕਿਵੇਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਇਹ ਸਿਆਸੀ ਲੜਾਈ ਬਣਾ ਪਾਣਗੇ ਜੀ? ਇਹ ਫਿਰ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਵੀ ਇੰਟੈਂਸ਼ਨ ਇਹਨਾਂ ਦੀ ਕੀ ਹੈ, ਇੰਟੈਂਸ਼ਨ ਤਾਂ ਇੱਥੋਂ ਹੀ ਪ੍ਰੂਵ ਹੋਏਗੀ ਨਾ ਜੀ। ਇਹਦਾ ਮਤਲਬ ਇਹ ਹੈ ਕਿ ਇਹ ਫਰਾਡ ਹੈ, ਸਾਰੇ ਇਕੱਠੇ ਹੋਏ ਹੋਏ ਜੀ। ਲਫ਼ਜ਼ ਮੈਂ ਸਖਤ ਵਰਤ ਰਿਹਾ ਹਾਂ ਜੀ ਜੀ ਕਿ ਜੇ ਇਹਨੂੰ ਸਿਆਸੀ ਲੜਾਈ ਨਹੀਂ ਮੰਨਦੇ ਹੁਣ ਸ਼੍ਰੋਮਣੀ ਅਕਾਲੀ ਦਲ 1997 ਤੋਂ ਲਗਾਤਾਰ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਹੈ ਜੀ। ਸ਼੍ਰੋਮਣੀ ਅਕਾਲੀ ਦਲ 3 ਵਾਰੀ 3 ਟਰਮਾਂ ਪੂਰੀ ਸਰਕਾਰ ਚੱਲੀ ਇਹਨਾਂ ਦੀ। ਉਦੋਂ ਤਾਂ ਇਹਨਾਂ ਨੂੰ ਡੇਂਜਰਸ ਟੈਰਰਿਸਟ ਕਹਿੰਦੇ ਰਹੇ ਤੇ ਇਹਨਾਂ ਦੇ ਵੇਲੇ ਹੀ ਬਹੁਤ ਕੁਝ ਹੋਰ ਹੋਇਆ। ਸੋ ਜਿਹੜੇ ਖੁਦ ਹੀ ਇਹਨਾਂ ਨੂੰ ਪਹਿਲਾਂ ਟੈਰਰਿਸਟ ਕਹਿੰਦੇ ਰਹੇ ਉਹਨਾਂ ਦੇ ਹੀ ਹੁਣ ਰਿਹਾਈ ਮੰਗ ਰਹੇ ਆ। ਇਹ ਕੰਟਰਡਿਕਸ਼ਨ ਹੈ। ਮੈਂ ਵੀ ਕਹਿ ਰਿਹਾ ਸਿਆਸੀ ਲੜਾਈ ਕਿਵੇਂ ਮੰਨਣਗੇ ਜਿਨ੍ਹਾਂ ਨੇ ਸੰਵਿਧਾਨ ਦੀਆਂ ਸਹੁੰਆਂ ਖਾਧੀਆਂ, ਅਹੁਦਿਆਂ ਤੇ ਬੈਠੇ ਰਹੇ ਨੇ, ਤੇ ਕਾਨੂੰਨ ਜਿਨ੍ਹਾਂ ਨੂੰ ਕਹਿ ਰਹੇ ਕਿ ਸਿਆਸੀ ਲੜਾਈ ਬਣਾਈ ਜਾਵੇ, ਕਾਨੂੰਨ ਤੇ ਉਹਨਾਂ ਨੂੰ ਕਾਤਲ ਹੀ ਮੰਨੂਗਾ ਜੀ। ਨਹੀਂ, ਬਿਲਕੁਲ ਜਿਹੜੀ ਮੈਂ ਕਹਿ ਰਿਹਾ ਜਦੋਂ ਸਮਝੌਤੇ ਹੁੰਦੇ ਆ ਉਦੋਂ ਸਾਰੇ ਗੱਲ ਇਹ ਓਵਰਲੁੱਕ ਹੁੰਦੀ ਹੈ। ਇਹ ਇਤਿਹਾਸ ਕਿਸੇ ਮੁਲਕ ਦਾ ਤੁਸੀਂ ਚੱਕ ਲਓ ਇਤਿਹਾਸ, ਉਹਦੇ ਸਾਰਾ ਕੁਝ ਰਿਵਰਸ ਹੋ ਜਾਂਦਾ। ਜਦੋਂ ਮੈਂ ਭਗਤ ਸਿੰਘ ਹੋਰਾਂ ਦੀ ਐਗਜ਼ਾਮਪਲ ਦਿੱਤੀ ਹੈ, ਬੜੇ ਲੋਕ ਆਬਜੈਕਟ ਕਰਨਗੇ ਕਿ ਉਹਨਾਂ ਦਾ ਨਾਂ ਕਿਉਂ ਲਿਆ ਗਿਆ। ਉਹਨਾਂ ਨੂੰ ਬ੍ਰਿਟਿਸ਼ ਗਵਰਨਮੈਂਟ ਨੇ ਟੈਰਰਿਸਟ ਲਿਖਿਆ ਹੋਇਆ ਜੀ ਜੀ ਤੇ ਉਹਨਾਂ ਦੀ ਰਿਹਾਈ ਦੀ ਗੱਲ ਜੇ ਜਿੰਨਾ ਕਰ ਸਕਦਾ ਹੈ, ਗਾਂਧੀ ਜੀ ਸ਼ਾਇਦ ਇੰਟਰਵੀਨ ਕਰਦੇ ਸ਼ਾਇਦ ਗੱਲ ਹੋਰ ਹੁੰਦੀ ਜੀ। ਤੇ ਇਹ ਮਸਲਾ ਸਾਰਾ ਵਾਰ-ਵਾਰ ਉੱਠਦਾ ਇਤਿਹਾਸ ਦੇ ਵਿੱਚ, ਜਿਹੜੀਆਂ ਸਟਰਗਲ ਚੱਲਦੀਆਂ ਉਹਨਾਂ ਦਾ ਇਸ ਤਰ੍ਹਾਂ ਹੁੰਦਾ। ਸੋ ਇਸ਼ੂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹਨੇ ਲਗਾਤਾਰ ਇਹਨਾਂ ਨੂੰ ਡੇਂਜਰਸ ਟੈਰਰਿਸਟ ਕਿਹਾ ਪਹਿਲਾਂ ਤੇ ਹੁਣ ਉਹਨਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ, ਇਹ ਰਿਕਨਸਾਈਲ ਸਾਰੀ ਗੱਲ ਕਿਵੇਂ ਹੁੰਦੀ ਹੈ ਇਹ ਆਪ ਹੀ ਦੱਸਣਾ ਇਸ ਚੀਜ਼ ਤੇ ਆ ਕੇ। ਮਤਲਬ ਜਿਹੜੇ 9 ਹੁਣ ਚਿਹਰੇ ਦਿੱਤੇ ਨੇ, ਇਹ 9 ਚਿਹਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੰਮ ਕਰਨਗੇ। ਹੋ ਸਕਦਾ ਕਿ ਆਉਣ ਵਾਲੇ 1-2 ਦਿਨਾਂ 'ਚ ਮੀਟਿੰਗ ਵੀ ਕਰਨ 9 ਦੇ 9 ਹੀ। ਪਰ ਨਾਲ ਦੀ ਨਾਲ ਕੀ ਸ਼੍ਰੋਮਣੀ ਅਕਾਲੀ ਤੁਸੀਂ ਵਾਰ-ਵਾਰ ਇਸ਼ਾਰਾ ਕਰ ਰਹੇ ਹੋ ਸੁਖਬੀਰ ਸਿੰਘ ਬਾਦਲ ਵੱਲ, ਉਹਨਾਂ ਦੇ ਦਲ ਵੱਲ, ਉਹ ਸਵੈ ਪੜਚੋਲ ਕਰਨਗੇ ਕਿ ਪਹਿਲਾਂ ਤੇ ਉਹ ਕਾਤਲ ਕਹਿੰਦੇ ਰਹੇ ਨੇ, ਪਹਿਲਾਂ ਤੇ ਉਹ ਬੜੇ ਖਤਰਨਾਕ ਅੱਤਵਾਦੀ ਕਹਿੰਦੇ ਰਹੇ, ਜਾਂ ਜਿਹੜੇ ਬਾਕੀ 8 ਜਾਣੇ ਨੇ ਪਹਿਲਾਂ ਉਹ ਸਫਾਈ ਮੰਗਣਗੇ ਕਿ ਤੁਸੀਂ ਪਹਿਲਾਂ ਕਿਹੜੇ ਮੂੰਹ ਨਾਲ ਅੱਤਵਾਦੀ ਜਾਂ ਕਾਤਲ ਕਹਿੰਦੇ ਰਹੇ ਤੇ ਅੱਜ ਤੁਸੀਂ ਉਹਨਾਂ ਦੀ ਰਿਹਾਈ ਵਾਸਤੇ ਗੱਲਾਂ ਕਰ ਰਹੇ? ਨਹੀਂ, ਬਾਕੀਆਂ ਦਾ ਰੋਲ ਵੀ ਕੋਈ ਬਹੁਤਾ ਵਧੀਆ ਨਹੀਂ ਰਿਹਾ ਜੀ। ਇਹ ਠੀਕ ਹੈ ਕਿ ਸਰਨਾ ਸਾਹਿਬ ਕਿਸੇ ਮੌਕੇ ਤੇ ਬਹੁਤ ਐਕਟਿਵ ਰਹੇ ਤੇ ਇਹਨਾਂ ਨੇ ਕਾਫੀ ਪੋਜ਼ਿਟਿਵ ਕੰਮ ਕੀਤਾ ਹੈ। ਇਹ ਪਿੱਛੇ ਰਹਿ ਕੇ ਜਿਨ੍ਹਾਂ ਨੂੰ ਕੁਝ ਹੈਲਪ ਦੀ ਲੋੜ ਸੀ, ਸਿਆਸੀ ਕੈਦੀਆਂ ਨੂੰ, ਉਹਨਾਂ ਦੀ ਹੈਲਪ ਉਹਨਾਂ ਨੇ ਕੀਤੀ ਚੰਗੀ ਤਰ੍ਹਾਂ ਜੀ। ਇਸ ਕੰਮ 'ਚ ਟਕਸਾਲ ਨੇ ਕੋਈ ਬਹੁਤਾ ਵਧੀਆ ਰੋਲ ਨਹੀਂ ਪਲੇ ਕੀਤਾ, ਜਦ ਕਿ ਲੜਾਈ ਤਾਂ ਉਸ ਟਕਸਾਲ ਤੋਂ ਸ਼ੁਰੂ ਹੁੰਦੀ ਸੀ ਜੀ। ਸੋ
ਸ਼੍ਰੋਮਣੀ ਕਮੇਟੀ ਦਾ ਆਪਣਾ ਰੋਲ ਹੈ ਕਿ ਕਿਸੇ ਵੇਲੇ ਇਹਨਾਂ ਨੇ ਵੀ ਇੱਕ ਪੋਜ਼ਿਟਿਵ ਰੋਲ ਨਿਭਾਇਆ ਹੈ, ਲੇਕਿਨ ਹੁਣ ਜਦੋਂ ਇਸ਼ੂ ਜਾਂ ਉਹਦੇ ਪਿੱਛੇ ਇਸ਼ੂ ਪਿੱਛੇ ਇੰਟੈਂਸ਼ਨ ਹੋਰ ਹੋਵੇ, ਫਿਰ ਇਹ ਸਵਾਲ ਉੱਠਦੇ ਆ ਜਿਹੜੇ ਮੈਂ ਉਠਾ ਰਿਹਾ। ਇੰਟੈਂਸ਼ਨ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ, ਜਦੋਂ ਸਰਕਾਰ 3 ਸਰਕਾਰਾਂ ਰਹਿ ਗਈਆਂ ਇਹਨਾਂ ਦੀਆਂ, ਕਿ ਉਦੋਂ ਇਹਨਾਂ ਨੇ ਇਸ ਤਰੀਕੇ ਨਾਲ ਇਸ਼ੂ ਇਹ ਟੇਕਅਪ ਕੀਤਾ। ਇਤਿਹਾਸ ਜਵਾਬ ਮੰਗਦਾ ਹੈ। ਤਾਂ ਲੱਗਦਾ ਕਿ ਅਕਾਲੀ ਦਲ ਨੂੰ ਹੁਣ ਮਰਦੀ ਨੂੰ ਕਹਿੰਦੇ ਹੁੰਦੇ ਕਿ ਅੱਖ ਚੱਬਣਾ ਪੈਂਦਾ ਹੈਗਾ, ਤੇ ਅਕਾਲੀ ਦਲ ਹੁਣ ਅੱਖ ਚੱਬ ਰਿਹਾ ਹੈ ਜੀ। ਨਹੀਂ, ਇਹ ਸਮਝਦੇ ਆ ਕਿ ਲੋਕਾਂ ਨੂੰ ਹਮੇਸ਼ਾ ਹੀ ਬੇਵਕੂਫ ਬਣਾਇਆ ਜਾ ਸਕਦਾ। ਅੱਖ ਇਹਨਾਂ ਨੇ ਪਹਿਲਾਂ ਵੀ ਚੱਬਿਆ ਜੀ। ਜਦੋਂ ਬਾਦਲ ਸਾਹਿਬ ਨੇ ਖਾਲਿਸਤਾਨ ਦੇ ਮੈਮੋਰੰਡਮ ਤੇ ਸਾਈਨ ਕੀਤੇ ਸੀ ਅਪ੍ਰੈਲ 1992 ਨੂੰ ਜੀ, ਉਦੋਂ ਵੀ ਅੱਖ ਹੀ ਚੱਬਿਆ ਸੀ ਇਹਨਾਂ ਨੇ ਜੀ। ਉਦੋਂ ਵੀ ਇਹ ਮਾਰਜਨਲਾਈਜ਼ ਹੋਏ ਹੋਏ ਸੀਗੇ, ਰਿਵਾਈਵਲ ਲੱਭ ਰਹੇ ਸੀ ਆਪਣੀ। ਹੁਣ ਵੀ ਰਿਵਾਈਵਲ ਲੱਭ ਰਹੇ ਆ ਜੀ। ਜੀ, ਇੱਕ ਇਤਿਹਾਸਕ ਪਾਰਟੀ ਹੈ ਅਕਾਲੀ ਦਲ, ਇਹਦਾ ਬਹੁਤ ਸ਼ਾਨਾਮਾਤਾ ਇਤਿਹਾਸ ਹੈ। ਇਹਨੂੰ ਮੌਕਾ ਪ੍ਰਸਤੀ ਦਾ ਇਤਿਹਾਸ ਕਿਉਂ ਬਣਾ ਰਹੇ ਆ, ਮੈਨੂੰ ਇਹੀ ਨਹੀਂ ਸਮਝ ਆਉਂਦੀ। ਬਾਕੀ ਤਾਂ ਠੀਕ। ਬਾਦਲ ਸਾਹਿਬ ਨੇ ਅੱਖ ਚੱਬ ਲਿਆ, ਉਹਨਾਂ ਦੇ ਅਕਾਲੀ ਦਲ ਰਿਵਾਈਵਲ ਕਰਤਾ। ਸੁਖਬੀਰ ਸਿੰਘ ਬਾਦਲ ਤੁਹਾਨੂੰ ਲੱਗਦਾ ਕਿ ਪੋਲੀਟੀਸ਼ੀਅਨ ਜੇ ਉਹ ਅੱਖ ਚੱਬ ਵੀ ਲੈਂਦੇ ਹੈਗੇ ਤੇ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਰਿਵਾਈਵਲ ਹੋ ਸਕਦਾ ਤੇ ਅਕਾਲੀ ਦਲ ਮੁੜ ਤੋਂ ਫਿਰ ਰਾਜ ਕਰ ਸਕਦਾ ਜੀ? ਬਾਦਲ ਸਾਹਿਬ ਔਰ ਸੁਖਬੀਰ 'ਚ ਫਰਕ ਤਾਂ ਹੈ ਹੀ ਨਾ, ਤੁਸੀਂ ਬਹੁਤ ਦੋਨਾਂ ਨੂੰ ਨੇੜੇ ਦੇਖਿਆ ਜੀ। ਨਹੀਂ, ਜਦ ਤੱਕ ਇਹ ਆਪਣਾ ਰੋਲ, ਆਪਣਾ ਜਿਹੜੀਆਂ 3 ਟਰਮਾਂ ਇਹਨਾਂ ਨੇ ਸਰਕਾਰ ਚਲਾਈ ਜੀ, ਉਹਦੇ ਵਿੱਚ ਆਪਣਾ ਰੋਲ, ਇਸ ਆਪਣੀ ਜਿਹੜੀ ਸਟਰਗਲ ਹੈ ਇਹਦੇ ਬਾਰੇ ਰਿਵਿਊ ਨਹੀਂ ਕਰਦੇ ਜੀ, ਉਦੋਂ ਤੱਕ, ਜਾਂ ਆਪਣਾ ਟੋਟਲ ਜੋ ਇਹਨਾਂ ਦੀ ਫੰਕਸ਼ਨਿੰਗ ਸੀ ਉਦੋਂ ਤੱਕ ਰਿਵਾਈਵਲ ਪੋਸੀਬਲ ਨਹੀਂ ਹੁੰਦਾ, ਜਦ ਤੱਕ ਇਹਨਾਂ ਨੂੰ ਕਾਰਨ ਨਹੀਂ ਸਮਝ ਆਉਂਦੇ ਵੀ ਕਿਹੜੀ ਗੱਲੋਂ ਲੋਕਾਂ ਨੇ ਇਹਨਾਂ ਨੂੰ ਰਿਜੈਕਟ ਕੀਤਾ ਹੈ ਇੰਨੀ ਬੁਰੀ ਤਰ੍ਹਾਂ। ਉਦੋਂ ਤੱਕ ਰਿਵਾਈਵਲ ਕਿਵੇਂ ਆਪਣੇ ਕਰ ਲੈਣਗੇ? ਉਸ ਗੱਲ ਤੋਂ ਭੱਜ ਰਹੇ ਹੈ ਮੇਰੇ ਖਿਆਲ ਦੇ ਵਿੱਚ। ਸੱਚਾਈ ਨਹੀਂ ਪੇਸ਼ ਕਰਨਾ ਚਾਹੁੰਦੇ। ਇਧਰੋਂ ਇਸ਼ੂ ਚੱਕ ਕੇ ਇਹ ਸੋਚਦੇ ਆ ਕਿ ਇਹਦੇ ਨਾਲ ਲੋਕਾਂ ਨੂੰ ਮਗਰ ਲਾਇਆ ਜਾ ਸਕਦਾ ਹੈ। ਚਲੋ, ਲੋਕਾਂ ਨੇ ਮਗਰ ਲੱਗਣਾ, ਇਹ ਤਾਂ ਲੋਕਾਂ ਦੀ ਆਪਣੀ ਮਰਜ਼ੀ ਆ, ਅਸੀਂ ਇਸ ਗੱਲ ਤੋਂ ਕੀ ਲੈਣਾ ਹੈ। ਲੇਕਿਨ ਜੋ ਇਤਿਹਾਸ ਹੈ ਉਹ ਸਭ ਦੇ ਸਾਹਮਣੇ ਹੈ ਤੇ ਇਹਨਾਂ ਦਾ ਰੋਲ ਸਭ ਦੇ ਸਾਹਮਣੇ ਹੈ। ਤਾਂ ਮੈਂ ਕਹਿੰਦਾ ਕਿ ਜੇ ਇਹਨਾਂ ਨੇ ਆਪਣੀ ਇੰਟੈਂਸ਼ਨ ਪ੍ਰੂਵ ਕਰਨੀ ਹੈ ਤੇ ਪਹਿਲਾ ਕੰਮ ਇਹ ਕਰਨ ਕਿ ਇਹਨਾਂ ਕੈਦੀਆਂ ਨੂੰ ਸਿਆਸੀ ਕੈਦੀ ਡਿਕਲੇਅਰ ਕਰਨ। SG ਮੀਟਿੰਗ ਬੁਲਾਉਣ 9 ਬੰਦਿਆਂ ਦੀ, ਉਹਦੇ 'ਚ ਮਤਾ ਪਾਉਣ। ਨਹੀਂ, ਫਿਰ ਇਹ ਵਾਲਾ ਪੱਖ ਤੇ ਉਧਰ ਹੀ ਕਰ ਸਕਦੇ ਸੀ ਜੀ, ਜਿੱਦਣ ਮੀਟਿੰਗ ਬੁਲਾਈ ਹੈ ਦਰਬਾਰ ਸਾਹਿਬ, ਉੱਥੇ ਪ੍ਰੋਗਰਾਮ ਕੀਤਾ ਇਹਨਾਂ ਨੇ, ਉਧਰ ਹੀ ਮਤਾ ਪਾਸ ਕਰ ਦੇਣਾ ਚਾਹੀਦਾ ਸੀ। ਇਹ ਤਾਂ ਬਹੁਤ ਵੱਡਾ ਮਸਲਾ ਖੜਾ ਹੋ ਜਾਂਦਾ ਸੈਂਟਰ ਵਾਸਤੇ ਵੀ ਜੀ। ਨਹੀਂ, ਜੇ ਉਹਨਾਂ ਦੀ ਰਿਹਾਈ ਦੀ ਗੱਲ ਕਰਨੀ ਹੈ, ਇਹ ਤਾਂ ਅਸੀਂ ਇਸ਼ੂ ਚੱਕ ਲੈ ਰਹੇ ਹਾਂ ਨਾ, ਇੰਟੈਂਸ਼ਨ ਦੀ ਬੈਕਗ੍ਰਾਉਂਡ ਚੱਕ ਅਸੀਂ ਲੈ ਰਹੇ ਹਾਂ ਜੀ। ਹੁਣ ਤੱਕ ਤਾਂ ਕਿਸੇ ਨੇ ਮਤਾ ਪਾਸ ਨਹੀਂ ਕੀਤਾ, ਹੁਣ ਤੱਕ ਤਾਂ ਉਹਨਾਂ ਨੂੰ ਗਾਲਾਂ ਕੱਢੀ ਗਏ। ਮੈਂ ਕਹਿ ਰਿਹਾ ਵੀ ਜੇ ਇੰਟੈਂਸ਼ਨ ਪ੍ਰੂਵ ਕਰਨੀ ਹੈ ਕਿ ਸਿਰਫ ਹਾਰ ਕੇ ਨਹੀਂ, ਕਿ ਮਾੜੀ ਮੋਟੀ ਕੋਈ ਹਮਦਰਦੀ ਇਹਨਾਂ ਦੇ ਵਿੱਚ ਹੈਗੀ ਉਹਨਾਂ ਵਾਸਤੇ, ਤਾਂ ਮੈਂ ਕਹਿ ਰਿਹਾ ਫਿਰ ਇਹ ਮਤਾ ਪਾਸ ਕਰਨ ਵੀ ਸਿਆਸੀ ਲੜਾਈ ਸੀ। ਨਹੀਂ, ਜੇ ਸਿਆਸੀ ਲੜਾਈ ਵਾਲਾ ਮਤਾ ਪਾਸ ਕਰ ਦਿੰਦੇ ਨੇ ਜੀ ਸਾਰੀਆਂ 9 ਜਾਣੇ ਜਿਹੜੇ ਉਹਨੇ ਕਮੇਟੀ ਬਣਾਈ ਆ, ਤੇ ਸੈਂਟਰ ਇਹਨੂੰ ਕਿਸ ਨਜ਼ਰੀਏ ਨਾਲ ਦੇਖੇਗਾ ਜੀ? ਉਹ ਬਰਦਾਸ਼ਤ ਕਰ ਪਾਏਗਾ ਕਿ ਬਿੱਟੇ ਦੇ ਹਮਲੇ ਦੇ ਦੋਸ਼ ਪ੍ਰੋਫੈਸਰ ਭੁੱਲਰ ਤੇ ਲੱਗੇ ਨੇ, ਬੇਅੰਤ ਸਿੰਘ ਦੇ ਕਤਲ ਦੇ ਕੇਸ 'ਚ ਜਗਤਾਰ ਸਿੰਘ ਹਵਾਰਾ ਤੇ ਲੱਗੇ ਨੇ, ਜਾਂ ਜਿਨ੍ਹਾਂ ਨੇ ਕਰਨਾਟਕਾ ਬੰਬ ਸੁੱਟੇ ਨੇ, ਸੈਂਟਰ ਬਰਦਾਸ਼ਤ ਕਰ ਪਾਏਗਾ ਜੀ ਇਹ ਲੜਾਈ ਸਿਆਸੀ? ਇਹ ਦੋਸ਼ ਨਹੀਂ ਹੈ, ਇਹ ਦੋਸ਼ ਨਹੀਂ, ਅਸਲੀਅਤ ਹੈ ਜੀ। ਇਹ ਉਨੀ ਹੀ ਅਸਲੀਅਤ ਹੈ ਜਿੰਨਾ ਬਲੂ ਸਟਾਰ ਆਰਮੀ ਦਾ ਅਟੈਕ ਦਰਬਾਰ ਸਾਹਿਬ ਤੇ ਸੀ ਜੀ। ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਸਿੰਘਾਂ ਨੇ ਬਦਲਾ ਲਿਆ ਮਿਸੇ ਗਾਂਧੀ ਤੋਂ ਜੀ। तो ये चलता इतिहास दे विच, सिखां ने इतिहास दे विच हमेशा ही बदले लए, जो इंसाफ नहीं मिलता जी ये बदले लए गए। इतिहास है ਸੈਂਟਰ ਵੀ ਕੋਸ਼ਿਸ਼ਾਂ ਲੱਗੇ ਜੀ, ਜਿਹੜੇ ਬਲੈਕ ਸੂਚੀ ਆ ਉਹਦੇ ਚੋਂ ਨਾਮ ਕੱਢ ਰਿਹਾ ਜੀ, ਨਾਲ ਦੀ ਨਾਲ ਪ੍ਰਧਾਨ ਮੰਤਰੀ ਸਾਹਿਬ ਵੀ ਸਿੱਖਾਂ ਦੇ ਨਾਲ ਬਹੁਤ ਮਿਲਣੀਆਂ ਕਰ ਰਹੇ ਨੇ। ਤਾਂ ਲੱਗਦਾ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਣੀ 9 ਮੈਂਬਰੀ ਕਮੇਟੀ ਬਣ ਗਈ, ਦੂਜੇ ਪਾਸੇ ਬੀਜੇਪੀ ਦੇ ਕਈ ਚਿਹਰੇ ਨੇ ਉਹ ਪੰਜਾਬ ਦੇ ਨਾਮੀ ਸਿੱਖਾਂ ਨੂੰ ਪ੍ਰਧਾਨ ਮੰਤਰੀ ਨਾਲ ਮਿਲਾ ਰਹੇ ਨੇ। ਕਿਤੇ ਕ੍ਰੈਡਿਟ ਵਾਰਨਾ ਸ਼ੁਰੂ ਹੋ ਜੇ ਜੀ, ਜਾਂ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਹੋਵੇ ਕਿ ਸੈਂਟਰ ਰਿਹਾਈ ਕਰ ਸਕਦਾ, ਉਸ ਤੋਂ ਪਹਿਲਾਂ ਆਪਾਂ ਕਹਿ ਦਈਏ ਕਿ ਸਾਡੀ ਦੇਣ ਸੀ, ਸਾਡੇ ਅਸੀਂ ਇਕੱਠੇ ਹੋਈ
ਪੰਥ ਇਕੱਠਾ ਹੋਇਆ ਹੈ ਤੇ ਸੈਂਟਰ ਨੂੰ ਰਿहा ਕਰਨੇ ਪਏ। ਚਲੋ ਇਹ ਤਾਂ ਕ੍ਰੈਡਿਟ ਲੈਣਾ ਚਾਹੁੰਦੇ ਆ, ਉਹ ਹੋ ਸਕਦਾ ਇੰਟੈਂਸ਼ਨ ਉਹਨਾਂ ਦੀ ਹੋਵੇ, ਕਿਉਂਕਿ ਬਾਬੇ ਨਾਨਕ ਦੇ ਗੁਰਪੁਰਬ ਤੇ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਰਿਹਾ ਕਰਾਂਗੇ। ਰਾਈਟਿੰਗ ਉਹ ਤਾਂ ਆਇਆ ਹੋਇਆ ਹੈ। ਜੀ ਜਿਹੜੀ ਤੁਸੀਂ ਬਲੈਕਲਿਸਟ ਦੀ ਗੱਲ ਕੀਤੀ ਹੈ ਨਾ, ਜੀ ਉਹ ਕੰਟੀਨਿਊਅਸ ਪ੍ਰੋਸੈਸ ਹੈ, ਇਹ ਨਹੀਂ ਕਿ ਪਰਮਾਨੈਂਟ ਬਣੀ ਹੋਈ ਹੈ। ਜੀ ਉਹਦੇ ਜੀ ਵਿੱਚੋਂ ਨਾਂ ਨਿਕਲਦੇ ਰਹਿੰਦੇ, ਨਵੇਂ ਪੈਂਦੇ ਰਹਿੰਦੇ। ਜੀ ਜੀ ਤੇ ਜਦੋਂ ਸ਼ੁਰੂ ਦੇ ਵਿੱਚ ਇਹ ਰੌਲਾ ਪਿਆ ਤੇ ਮੈਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਸੋਰਸ ਤੋਂ ਜਿਹੜੇ ਉਸ ਪਾਸੇ ਹੈਗੇ, ਜੀ ਜੀ ਜਿਹੜੇ ਇਧਰੋਂ ਇਸ ਮੂਵਮੈਂਟ ਨਾਲ ਸੰਬੰਧਿਤ ਸੀ ਡੀਪਲੀ, ਤੇ ਛੱਡ ਕੇ ਚਲੇ ਗਏ ਬਾਹਰ ਦੇ ਮੁਲਕਾਂ ਸੈਟਲ ਹੋ ਗਏ। ਉਹ ਕਹਿੰਦੇ ਜੀ ਸਾਡਾ ਮਸਲਾ ਤਾਂ ਹੈ ਹੀ ਨਹੀਂ ਇਹ, ਉਹ ਕਹਿੰਦੇ ਇੱਥੇ ਤਾਂ ਵਾਪਸ ਹੀ ਨਹੀਂ ਆਉਣਾ। ਜੀ ਮਸਲਨ ਸਾਹਿਬ ਮਨਮੋਹਨ ਸਿੰਘ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਦਲ ਖਾਲਸਾ ਵਾਲੇ, ਉਹ ਸਟੇਟਲੈਸ ਸੀ, ਜੀ ਇੰਗਲੈਂਡ 'ਚ ਰਹੇ, ਉਹਨਾਂ ਨੇ ਸਿਟੀਜ਼ਨਸ਼ਿਪ ਨਹੀਂ ਲਈ। ਜੀ ਮਸਲਾ ਇਹ ਹੌਲੀ ਹੌਲੀ ਸਾਹਮਣੇ ਆਇਆ ਕਿ ਜਿਹੜੇ ਲੋਕ ਫੇਕ ਸਰਟੀਫਿਕੇਟ ਲੈ ਕੇ ਬਹੁਤੇ ਗਏ ਸੀਗੇ ਉੱਥੇ ਪਰਮਾਨੈਂਟ ਸੈਟਲ ਹੋ ਗਏ, ਉਹਨਾਂ ਵਿੱਚੋਂ ਕਾਫੀ ਲੋਕ ਉਹ ਸੀ, ਕੁਛ ਤਾਂ ਜੈਨੂਨ ਸੀ, ਕੁਛ ਉਹ ਸੀ ਜਿਹੜੇ ਉਹਨਾਂ ਸਰਟੀਫਿਕੇਟਸ ਤੇ ਆਧਾਰ ਤੇ ਗਏ ਸੀ ਤੇ ਉਹਨਾਂ ਦਾ ਨਾਮ ਬਲੈਕਲਿਸਟ ਆ ਗਿਆ। ਉਹ ਵਾਪਸ ਆਉਣਾ ਚਾਹੁੰਦੇ ਸੀ। ਸੋ ਉਹਨਾਂ ਦਾ ਮਸਲਾ ਸੀ, ਜਿਹੜੇ ਵਾਕਈ ਲੜਾਈ ਲੜ ਦੇ ਵਿੱਚੋਂ ਗਏ ਉਹਨਾਂ 'ਚੋਂ ਤਾਂ ਕੋਈ ਵਾਪਸ ਆਇਆ ਹੀ ਨਹੀਂ ਤੇ ਨਾ ਹੀ ਆਉਣਾ ਚਾਹੁੰਦੇ। ਅੱਛਾ ਭਾਈ, ਇੱਕ ਹੋਰ ਸਮਝਾਇਓ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦਾ ਤੇ ਹੈ ਮਨਸ਼ਾ ਕਿ ਸੱਤਾ ਤੇ ਮੁੜ ਹਾਸਲ ਕਰਨੀ, ਸਰਕਾਰ ਬਣਾ ਸਕਦੀ ਹੈ, ਕਿਉਂਕਿ 15 ਸਾਲ ਲਗਾਤਾਰ ਰਾਜ ਕੀਤਾ, 5 ਸਾਲ ਦਾ ਗੈਪ ਪਾ ਕੇ, ਕਾਡਰ ਵੀ ਤਗੜਾ, ਪੈਸੇ ਵੀ ਤਗੜੇ ਕੋਲ ਉਹਨਾਂ ਦੀ, ਤੇ ਹੋ ਸਕਦੀ ਕਿ ਅਸੀਂ 27 ਚ ਵਾਪਸੀ ਹੋਵੇ। ਜਿਹੜੇ ਬਾਕੀ ਹੈ ਨੇ 7 ਜਣੇ, ਉਹਨਾਂ ਨੂੰ ਵੀ ਲੱਗਦਾ ਕਿ ਉਹ ਵੀ ਪੰਜਾਬ ਦੀ ਸੱਤਾ ਤੇ ਰਾਜ ਕਰ ਸਕਦੇ ਜੀ? ਉਹਨਾਂ ਦੇ ਛੋਟੇ ਨੇ ਗਰਜਾਂ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹਨਾਂ 'ਚ 2 ਸੱਜਣ ਜਿਹੜੇ ਦਿੱਲੀ ਨਾਲ ਸੰਬੰਧਿਤ ਹੈ, ਉਹਨਾਂ ਦਾ ਜਿਹੜਾ ਘੇਰਾ ਹੈ ਦਿੱਲੀ ਦੀ ਸਿਆਸਤ ਜੀ, ਉਹ ਪੰਜਾਬ ਦੀ ਸਿਆਸਤ ਨੂੰ ਸਿਰਫ ਆਪਣੇ ਦਿੱਲੀ ਦੇ ਮੰਤਵ ਵਾਸਤੇ ਯੂਜ਼ ਕਰ ਰਹੇ ਆ ਜੀ, ਬਾਕੀਆਂ ਬਾਰੇ ਕੁਝ ਕਹਿਣ ਦੀ ਕੋਈ ਬਹੁਤੀ ਲੋੜ ਹੀ ਨਹੀਂ ਗੀ ਜੀ। ਦਮਦਮੀ ਟਕਸਾਲ ਇਹ ਤਾਂ ਹੁਣ ਲਗਾਤਾਰ ਇਹ ਆਪਣੇ ਬਾਦਲ ਫੈਮਿਲੀ ਨਾਲ ਬੜੇ ਸਾਲਾਂ ਤੋਂ ਲੱਗੇ ਹੋਏ ਹੈ ਜੀ। ਸੋ ਹੁਣ ਦਾਦੂਵਾਲ ਹੋਰਾਂ ਨੂੰ ਜੋ ਕੋਈ ਸੁਖਬੀਰ ਸਿੰਘ ਬਾਦਲ ਪਹਿਲਾਂ ਕਹਿੰਦੇ ਰਹੇ ਆ, ਦਾਦੂਵਾਲ ਜੀ ਉਹਨਾਂ ਨੂੰ ਕਹਿੰਦੇ ਰਹੇ, ਇਹ ਤਾਂ ਹੁਣ ਸਭ ਦੇ ਸਾਹਮਣੇ ਸਟੇਟਮੈਂਟਸ ਹੈਗੀਆਂ। ਉਹ ਇਹਨਾਂ ਦੇ ਆਪਣੇ ਬਹੁਤ ਛੋਟੇ ਹਿੱਤ ਹੈ ਜੀ। ਤੋ ਇਹਨਾਂ ਦੇ ਛੋਟੇ ਹਿੱਤ ਕਰਕੇ ਜਿਹੜੇ ਬਾਕੀ ਲੀਡਰ ਹੈਗੇ ਹੈ, ਬਾਦਲ ਫੈਮਿਲੀ ਦਾ ਲਗਾਤਾਰ ਕਬਜ਼ਾ ਬਣਿਆ ਹੋਇਆ, ਕਿਉਂਕਿ ਇਹ ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ, ਉਹ ਹੁਣ ਇਹਨਾਂ ਨੂੰ ਵਰਤ ਰਹੇ। ਅੱਛਾ, ਇੱਕ ਤੁਸੀਂ ਜ਼ਿਕਰ ਕਰ ਰਹੇ ਕਿ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਜ਼ਿਕਰ ਹੋਇਆ ਕਿ ਅੱਜ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਹੋਣੀ ਗੱਲਾਂ ਕਰ ਰਹੇ ਨੇ, ਤੇ ਜਦੋਂ ਇਹਨਾਂ ਦੀ ਸਰਕਾਰ ਹੀ ਉਸ ਐਕਟ ਦੀ ਸਭ ਤੋਂ ਜ਼ਿਆਦਾ ਦੁਰਵਰਤੋਂ ਲਾ ਲਓ ਜਾਂ ਇਸਤੇਮਾਲ ਕਹਿ ਲਓ, ਸੁਖਬੀਰ ਸਿੰਘ ਬਾਦਲ ਹੋਣਾ ਹੀ ਕੀਤਾ ਹੈਗਾ ਜੀ। ਗੱਲ ਤੇ ਉੱਥੇ ਹੈਗੀ, ਜੇ ਸੱਤਾ ਚੋਂ ਬਾਹਰ ਹੋ ਜਾਂਦੇ ਤੁਸੀਂ ਤੇ ਫਿਰ ਸਭ ਕੁਝ ਮਾੜਾ ਹੁੰਦਾ, ਜੋ ਸੱਤਾ ਜਾਂ ਸਭ ਕੁਝ ਚੰਗਾ ਹੁੰਦਾ ਜੀ। ਦੇਖੋ ਜੀ, ਉਸ ਖਬਰ ਨੇ ਇਹਨਾਂ ਦਾ ਸ਼ੀਸ਼ਾ ਦਿਖਾਤਾ ਜੀ ਕਿ ਜਦੋਂ ਤੁਸੀਂ ਸੱਤਾ 'ਚ ਸੀਗੇ ਤੇ ਤੁਸੀਂ ਆਹ ਕੀਤਾ, ਉਹਨਾਂ ਨੇ ਕੇਸ ਸਾਰੇ ਕਢਾਤੇ ਜੀ ਕਿ ਆਹ ਤੁਸੀਂ ਬੰਦੇ ਫੜੇ। ਹੁਣ ਇਹ ਬਾਦਲ ਸਰਕਾਰ ਦੇ ਵਿੱਚ ਹੀ ਹੋਇਆ ਹੈ ਕਿ ਜਿਨ੍ਹਾਂ ਸੱਜਣਾ ਕੋਲ ਭਾਈ ਰਣਧੀਰ ਸਿੰਘ ਦੀਆਂ ਕਵਿਤਾਵਾਂ ਸੀ, ਉਹਨਾਂ ਤੇ ਵੀ ਕੇਸ ਪੈ ਗਿਆ ਸੈਡੀਸ਼ਨ ਦਾ। ਬਿਲਕੁਲ ਜੀ, ਬਿਲਕੁਲ। ਇਹਦਾ ਕੋਈ ਜਵਾਬਦੇਹ ਤਾਂ ਹੋਵੇ ਨਾ ਇਸ ਚੀਜ਼ ਦਾ। ਜੀ ਸੁਖਬੀਰ ਜੀ ਅਕਾਲੀ ਦਲ ਦੇ ਪ੍ਰਧਾਨ ਹੈ, ਡਿਪਟੀ ਸੀਐਮ ਸੀ ਉਦੋਂ, ਇਹ ਜਵਾਬ ਤਾਂ ਦੇਣਾ ਇਹਨਾਂ ਗੱਲਾਂ ਦਾ ਬਈ ਇਹ ਕੀ ਵਰਤਾਰਾ ਸੀ। ਡਿਪਟੀ ਸੀਐਮ ਪਲੱਸ ਗ੍ਰਹਿ ਮੰਤਰੀ ਜੀ ਹੈ ਜੀ। ਨਹੀਂ ਚਲੋ, ਸਾਰਾ ਕੁਝ ਸਰਕਾਰ ਤਾਂ ਇਹੀ ਸੀ ਆਪਣੇ ਆਪ ਦੇ ਵਿੱਚ, ਅਕਾਲੀ ਦਲ ਦੇ ਪ੍ਰਧਾਨ ਵੀ ਸੀ। ਕਿਤੇ ਤਾਂ ਲੋਕਾਂ ਨੂੰ ਜਵਾਬ ਦੇਣ ਹੋਣ ਨਾ ਜੀ ਜੀ। ਇਹ ਜੇ ਇਸ ਲੈਵਲ ਤੇ ਵੀ ਤੁਸੀਂ ਲੋਕਾਂ ਨੂੰ ਗ੍ਰਿਫਤਾਰ ਕੀਤਾ। ਭਾਈ ਰਣਧੀਰ ਸਿੰਘ ਤਾਂ ਅਖੰਡ ਕੀਰਤਨੀ ਜਥੇ ਦੇ ਮੋਢੀ ਸੀ ਤੇ ਨਾਲ ਫਰੀਡਮ ਫਾਈਟਰ ਸੀ, ਗਦਰ ਪਾਰਟੀ ਦੇ ਐਕਟਿਵਿਸਟ ਸੀਗੇ। ਕਿ ਇੱਕ ਫਰੀਡਮ ਫਾਈਟਰ ਦੀ ਨਜ਼ਮ ਰੱਖਣੀ ਜੁਰਮ ਹੈ? ਮੈਂ ਅਖੰਡ ਕੀਰਤਨੀ ਜਥੇ ਦੀ ਗੱਲ ਵੀ ਛੱਡ ਦਿੰਦਾ, ਉਹ ਫਰੀਡਮ ਫਾਈਟਰ ਸੀ ਗਦਰ ਪਾਰਟੀ ਦੇ। ਜੀ ਜੀ। ਕਿ ਇੱਕ ਫਰੀਡਮ ਫਾਈਟਰ ਦੀ ਨਜ਼ਮ ਰੱਖਣੀ ਜੁਰਮ ਹੈ ਕਿ ਕੱਲ ਨੂੰ ਸ਼ਹੀਦ ਭਗਤ ਸਿੰਘ ਦੀ ਜਿਹੜੀਆਂ ਰਾਈਟਿੰਗਸ ਹੈਗੀਆਂ ਉਹ ਸੈਡੀਸ਼ਨ ਮੰਨੀਆਂ ਜਾਣਗੀਆਂ? ਇਹ ਉਹੀ ਗੱਲ ਹੈ ਵਰਚੁਅਲੀ। ਤੇ ਫਿਰ ਇਹਨਾਂ ਦੇ ਅਕਲ ਤੇ ਪੜਦਾ ਕਿਵੇਂ ਪੈ ਜਾਂਦਾ ਹੈਗਾ ਜੀ?
ਇਹ ਤਾਂ ਜਵਾਬ ਇਹੀ ਦੇ ਸਕਦੇ ਆ ਜੀ, ਜਿਹੜੀ ਮੌਕਾ ਪ੍ਰਸਤੀ ਹੁੰਦੀ ਹੈ ਨਾ, ਇਹ ਪਤਾ ਨਹੀਂ ਕਿਹਨੂੰ ਖੁਸ਼ ਕਰਨ ਲੱਗ ਪੈਂਦੇ ਆ ਪਾਵਰ ਚ ਆ ਕੇ। ਇਹਨਾਂ ਦੀ ਸਮੱਸਿਆ ਇਹ ਬਣ ਜਾਂਦੀ ਹੈ। ਤੁਸੀਂ ਕਲੀਅਰ ਲਾਈਨ ਲੈ ਕੇ ਚੱਲੋ ਵੀ ਆਹ ਸਿਆਸਤ ਹੈ ਤੇ ਅਸੀਂ ਇੱਥੇ ਤੱਕ ਚੱਲ ਸਕਦੇ ਹਾਂ। ਇੱਥੇ ਤੱਕ ਸਿੱਖ ਜਿਹੜਾ ਮੈਂ ਪਹਿਲਾਂ ਵਾਰ-ਵਾਰ ਕਹਿੰਦਾ ਨਾ, ਪੰਥ ਦਾ ਆਪਣੇ ਆਪ ਸੈਕੂਲਰ ਹੈ ਜੀ, ਅਪਰੋਚ ਸਾਰੀ ਸੈਕੂਲਰ ਹੈ ਜੀ। ਸੋ ਜਦੋਂ ਪੰਥ ਦੀ ਸਿਆਸਤ ਛੱਡ ਕੇ ਇਹ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਖਤਮ ਕਰ ਲਿਆ। ਹੁਣ ਜਦੋਂ ਖਤਮ ਹੋ ਗਏ, ਇਹ ਮੁੜ ਕੇ ਪੰਥ ਦੇ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਹੈ। ਆਪਣੇ ਜਿਹੜੇ ਇਹਨਾਂ ਨੇ ਪਿਛਲੇ ਕੰਮ ਕੀਤੇ ਹੈ, ਘੱਟੋ ਘੱਟ ਉਹਨਾਂ ਦਾ ਲੇਖਾ ਜੋਖਾ ਤਾਂ ਕਰਨਾ ਆਪ ਹੀ ਕਰ ਲੈਣ ਘੱਟੋ ਘੱਟ। ਜੇ ਪੰਥ ਨੂੰ ਜਵਾਬ ਨਹੀਂ ਦੇਣਾ, ਮੇਰੇ ਖਿਆਲ ਤਾਂ ਪੰਥ ਜਵਾਬ ਮੰਗੇ। ਔਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹਨਾਂ ਨੇ ਮੀਟਿੰਗ ਕੀਤੀ, ਉੱਥੇ ਕਿਸੇ ਨੇ ਇਹਨਾਂ ਨੂੰ ਸਵਾਲ ਨਹੀਂ ਕੀਤੇ। ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਸਵਾਲ ਕਿਉਂ ਨਹੀਂ ਕੀਤੇ ਮੈਨੂੰ ਨਹੀਂ ਪਤਾ। ਮਾਨ ਦੇ ਸਾਹਿਬ ਦੇ ਪੈਰੀ ਹੱਥ ਲਾ ਤੇ ਮੈਨੂੰ ਲੱਗਦਾ ਇੰਨੇ ਚ ਖੁਸ਼ ਹੋ ਗਏ ਨੇ ਕਿ ਸੁਖਬੀਰ ਸਿੰਘ ਬਾਦਲ ਨੇ, ਚਲੋ ਉਹਦੇ ਇੱਕ ਸੰਸਕਾਰਾਂ ਦਾ ਹਿੱਸਾ ਵੀ ਹੁੰਦਾ ਜੀ, ਪਰ ਨਾਲ ਉਹ ਕਹਿੰਦੇ ਸੱਜੀ ਅੱਖ ਮਾਰੂਗਾ ਤੇ ਸਮਝ ਲਓ ਇਹਨੂੰ ਕਿਵੇਂ ਦੇ ਦੇ ਜੀ, ਸੱਜੀ ਅੱਖ ਨੂੰ ਕਿਵੇਂ ਦੇ ਦੇ। ਨਹੀਂ, ਪੈਰੀ ਹੱਥ ਲਾਉਣਾ ਤਾਂ ਸੁਖਬੀਰ ਤਾਂ ਚਲੋ ਉਹ ਸੰਸਕਾਰ ਇੰਨੇ ਇਸ ਗੱਲੋਂ ਮੰਨਦੇ ਆ, ਉਹ ਜਿੰਨੇ ਸੀਨੀਅਰ ਬੰਦੇ ਆ ਉਹਨਾਂ ਦੇ ਪੈਰੀ ਹੱਥ ਲਾਉਂਦਾ, ਉਹ ਤਾਂ ਵਧੀਆ ਗੱਲ ਹੈ ਆਪਣੇ ਆਪ ਦੇ ਵਿੱਚ ਜੀ। ਲੇਕਿਨ ਅੱਖ ਮਾਰ ਕੇ ਕਹਿੰਦੇ ਖਾਲਿਸਤਾਨ ਦਾ ਮਤਾ ਪਾਸ ਕਰਤਾ, ਇਸ ਤੋਂ ਨਾਨ ਸੀਰੀਅਸ ਗੱਲ ਹੋਰ ਕੀ ਹੋ ਸਕਦੀ ਹੈ? ਕਿ ਖਾਲਿਸਤਾਨ ਨੂੰ ਸਮਝਦੇ ਕੀ ਫਿਰ ਇਹ ਲੋਕ ਜੀ, ਇੱਥੋਂ ਸਮਝ ਆਉਂਦੀ ਹੈ। ਹੁਣ ਮਾਨ ਸਾਹਿਬ ਦਾ ਵੀ ਦੇਖ ਲਓ ਨਾ, ਕਰੋ ਜਦੋਂ ਜੀ ਕਰਦਾ ਉਦੋਂ ਖਾਲਿਸਤਾਨ ਨਾਰਾ ਛੱਡ ਦਿੰਦੇ ਆ, ਫਿਰ ਇਸੇ ਹੀ ਕੰਸਟੀਟਿਊਸ਼ਨ ਤੇ ਇਲੈਕਸ਼ਨ ਲੜ ਲੈਂਦੇ। ਤੁਸੀਂ ਇਹਨਾਂ ਨੂੰ ਸਵਾਲ ਪੁੱਛੇ ਗਏ ਬੜੀ ਵਾਰੀ ਇਹੋ ਜਿਹੀ ਜੀ, ਇਹ ਕੀ ਫੈਨੋਮਨਾ ਤੁਹਾਡਾ? ਉਹ ਕਹਿੰਦੇ ਜਦੋਂ ਮੈਂ ਇਲੈਕਸ਼ਨ ਲੜਨੀ ਹੁੰਦੀ ਹੈ ਮੈਂ ਛੱਡ ਦਿੰਦਾ। ਹੁਣ ਸੱਜੀ ਅੱਖ ਦੇ ਨਾਲ ਵੀ ਪਰਦਾ ਚੁੱਕਿਆ ਗਿਆ ਕਿ ਤਣੋ ਮਨੋ ਕਿੰਨਾ ਕਿ ਖਾਲਿਸਤਾਨ ਮੰਗਦੇ ਹੈਗੇ ਮਾਨ ਸਾਹਿਬ। ਨਹੀਂ, ਹੁਣ ਤਾਂ ਇਹ ਅੱਖ ਜਿਹੜੀ ਵੱਜੀ ਨਾ, ਉਹ ਇਹਨਾਂ ਨੂੰ ਐਕਸਪੋਜ਼ ਕਰਤਾ ਕਿ ਇਹਨਾਂ ਦੀ ਸੀਰੀਅਸਨੈਸ ਕਿੰਨੀ ਹੈ। ਮੈਂ ਤਾਂ ਕਦੇ ਪਹਿਲਾਂ ਵੀ ਇਹਨਾਂ ਨੂੰ ਬਹੁਤਾ ਸੀਰੀਅਸ ਨਹੀਂ ਸੀ ਮੰਨਦਾ ਇਹਨਾਂ ਗੱਲਾਂ ਦੇ ਉੱਤੇ ਆ ਕੇ, ਜਦ ਕਿ ਇਹਨਾਂ ਦੀ ਸਟਰਗਲ ਹੈਗੀ ਹੈ, ਵਧੀਆ ਗੱਲ ਆ ਉਹ। ਲੇਕਿਨ ਇਸ ਸਹੀ ਤੋਂ ਬਾਅਦ ਕੁਐਸਚਨ ਮਾਰਕ ਲੱਗਦਾ ਹੈ ਸਾਰੀ ਗੱਲ ਤੇ। ਹੁਣ ਬੇਸਿਕ ਇਸ਼ੂ ਇਹ ਹੈ ਕਿ ਇਹਨਾਂ ਨੂੰ ਆਪਣੀ ਕਮਿਟਮੈਂਟ ਪ੍ਰੂਵ ਕਰਨ ਵਾਸਤੇ ਮੇਰੇ ਖਿਆਲ ਪਹਿਲਾਂ ਇਹ ਸਟੈਪ ਲੈਣਾ ਚਾਹੀਦਾ ਹੈ ਕਿ ਇਸ ਸੰਘਰਸ਼ ਨੂੰ, ਇਹ ਸਿਆਸੀ ਸੰਘਰਸ਼ ਐਲਾਨਣ। ਚਲੋ ਬਹੁਤ ਬਹੁਤ ਮਿਹਰਬਾਨੀ ਭਾਜੀ, ਸਾਡੇ ਵਾਸਤੇ ਸਮਾਂ ਕੱਢਿਆ। ਥੈਂਕ ਯੂ। ਬਿਲਕੁਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ, ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਅੱਗੇ ਕੋਸ਼ਿਸ਼ ਯਤਨ ਕਰਨਗੇ। ਪਰ ਸਵਾਲ ਹੈ ਜਿਹੜੇ ਬੰਦੀ ਸਿੰਘ ਨੇ, ਕੀ ਉਹਨਾਂ ਦੀ ਲੜਾਈ ਸਿਆਸੀ ਸੀ? ਤੇ ਜੇ ਸਿਆਸੀ ਲੜਾਈ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਖਾਸ ਕਰਕੇ ਕੀ ਸਟੈਂਡ ਰਹੇਗਾ, ਤੇ ਆਉਣ ਵਾਲਾ ਸਮਾਂ ਦੱਸੇਗਾ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।